ਗੁੱਡ ਮੋਰਨਿੰਗ ਡੀਅਰ ਸਟੂਡੈਂਟਸ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਵਰ ਇਨਵਾਇਰਨਮੈਂਟ ਯਾਨੀ ਸਾਡਾ ਵਾਤਾਵਰਨ ਚੈਪਟਰ ਨੂੰ ਡਿਸਕਸ ਕਰ ਰਹੇ ਸੀ। ਪਿਛਲੀ ਸੀਰੀਜ਼ 'ਚ ਵੀ ਆਪਾਂ ਇਹਦੇ 6 ਵੈਰੀ ਇੰਪੋਰਟੈਂਟ ਕੁਐਸਚਨ ਡਿਸਕਸ ਕੀਤੇ ਤੁਹਾਡੇ ਨਾਲ। ਬੇਟਾ ਨਾਓ ਨੈਕਸਟ ਕੁਐਸਚਨਸ ਇਜ਼ 7th ਨੰਬਰ ਕੁਐਸਚਨ, ਵੈਰੀ ਇੰਪੋਰਟੈਂਟ ਕੁਐਸਚਨ ਕਿ ਜਿਹੜਾ ਪਰਿਸਥਿਤਿਕ ਪ੍ਰਬੰਧ ਹੈ ਸਾਡੇ ਕੋਲ, ਉਹਦੇ ਵਿੱਚ ਨਿਖੇੜਕਾਂ ਦੀ ਕੀ ਭੂਮਿਕਾ ਹੈ। ਬੇਟਾ ਬੇਸਿਕਲੀ ਨਿਖੇੜਕਾਂ ਨੂੰ ਅਸੀਂ ਡੀਕੰਪੋਜ਼ਰਸ ਜਾਂ ਸੂਖਮ ਜੀਵ ਮਾਈਕਰੋ ਆਰਗੈਨਿਜ਼ਮ ਵੀ ਕਹਿ ਦਿੰਦੇ ਹਾਂ। ਪਰਿਸਥਿਤਿਕ ਪ੍ਰਬੰਧ 'ਚ ਇਹਨਾਂ ਦੀ ਬਹੁਤ ਜ਼ਿਆਦਾ ਭੂਮਿਕਾ ਹੈ। ਕੀ ਭੂਮਿਕਾ ਹੈ? ਪਰਿਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੀਵਾਣੂ, ਮ੍ਰਿਤ ਉਪਜੀਵੀ, ਕਵਚ ਵਰਗੇ ਬਹੁਤ ਸੂਖਮ ਜੀਵ ਮ੍ਰਿਤ ਜੀਵ ਅਵਸ਼ੇਸ਼ਾਂ ਦਾ ਨਿਖੇੜਨ ਕਰਦੇ ਆ। ਬੇਟਾ ਜਿਹੜੀਆਂ ਚੀਜ਼ਾਂ ਡਿਗਰੇਡੇਬਲ ਹੋ ਸਕਦੀਆਂ, ਬਾਇਓਡਿਗਰੇਡੇਬਲ ਨੇ, ਉਹਨਾਂ 'ਤੇ ਨਿਖੇੜਕ ਕਿਰਿਆ ਕਰਕੇ ਉਹਨੂੰ ਡੀਕੰਪੋਜ਼ ਕਰ ਦਿੰਦੇ ਆ, ਛੋਟੇ ਜੀਵ ਅਵਸ਼ੇਸ਼ਾਂ 'ਚ ਬਦਲ ਦਿੰਦੇ ਨੇ। ਇਹ ਮ੍ਰਿਤ ਸਰੀਰਾਂ ਨੂੰ ਆਪਣੇ ਭੋਜਨ ਲਈ ਉਪਯੋਗ ਕਰਦੇ ਹਨ। ਇਹ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ। ਜਿਹੜੇ ਕਾਰਬਨਿਕ ਪਦਾਰਥ ਗੁੰਝਲਦਾਰ ਹੈ ਉਹਨੂੰ ਬਦਲ ਦਿੰਦੇ ਨੇ। ਜਿਹੜੇ ਫਲਾਂ ਸਬਜ਼ੀਆਂ ਦੇ ਛਿਲਕੇ ਹੈ, ਗਲੇ ਸੜੇ ਫਲ, ਜੈਵਿਕ ਕਚਰਾ ਹੈ, ਗਾਵਾਂ ਮੱਝਾਂ ਦਾ ਗੋਬਰ ਹੈ, ਪੇੜ ਪੌਦਿਆਂ ਦੇ ਗਲੇ ਸੜੇ ਭਾਗ ਹੈ, ਬੇਟਾ ਇਹ ਉਹਨਾਂ ਤੇ ਕਿਰਿਆ ਕਰਕੇ, ਨਿਖੇੜਕ ਉਹਨਾਂ ਤੇ ਕਿਰਿਆ ਕਰਕੇ ਉਹਨਾਂ ਨੂੰ ਅਪਘਟਿਤ ਕਰ ਦਿੰਦੇ ਆ। ਵੈਰੀ ਇੰਪੋਰਟੈਂਟ ਪੁਆਇੰਟ ਕਿ ਨਿਖੇੜਕ ਉੱਤੇ ਕਿਰਿਆ ਕਰਦੇ ਨੇ ਤੇ ਉਹਨੂੰ ਅਪਘਟਿਤ ਕਰ ਦਿੰਦੇ ਨੇ। ਬੇਟਾ 10th ਦੇ ਬੋਰਡ ਦੇ ਐਗਜ਼ਾਮਸ 'ਚ ਇਹ ਕੁਐਸਚਨ ਆਂਦਾ ਹੀ ਆਂਦਾ ਹੈ ਕਿ ਪਰਿਸਥਿਤਿਕ ਪ੍ਰਬੰਧ ਵਿੱਚ ਨਿਖੇੜਕਾਂ ਦੀ ਕੀ ਭੂਮਿਕਾ ਹੈ, ਅਤੇ ਇਹ ਆਸਾਨੀ ਨਾਲ ਕੁਦਰਤ ਵਿੱਚ ਮਿਲ ਜਾਂਦੇ ਆ। ਜਦੋਂ ਬੇਟਾ ਉਹ ਅਪਘਟਿਤ ਹੋ ਜਾਂਦੇ ਆ, ਕੀ ਅਪਘਟਿਤ ਹੋ ਜਾਂਦਾ ਹੈ? ਜੈਵ ਕਚਰਾ, ਗਾਵਾਂ ਮੱਝਾਂ ਦਾ ਗੋਬਰ, ਪੇੜ ਪੌਦਿਆਂ ਦੇ ਗਲੇ ਸੜੇ ਭਾਗ, ਇਹ ਸਾਰੇ ਅਪਘਟਿਤ ਹੋ ਜਾਂਦੇ, ਆਸਾਨੀ ਨਾਲ ਕੁਦਰਤ ਵਿੱਚ ਮਿਲ ਜਾਂਦੇ ਨੇ। ਨਿਖੇੜਕ ਗੁੰਝਲਦਾਰ ਅਕਾਰਬਨਿਕ ਪਦਾਰਥਾਂ ਨੂੰ ਸਰਲ ਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਹਨ, ਜੋ ਮੁੜ ਉਪਯੋਗ ਵਿੱਚ ਲਿਆਉਣ ਲਈ ਮਿੱਟੀ ਵਿੱਚ ਮਿਲ ਜਾਂਦੇ ਨੇ। ਇਹ ਕੀ ਕਰਦੇ ਨੇ? ਮੁੜ ਉਪਯੋਗ ਵਿੱਚ ਲਿਆਉਣ 'ਚ ਮਿੱਟੀ 'ਚ ਮਿਲ ਜਾਂਦੇ ਹਨ। ਇਸ ਤਰ੍ਹਾਂ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ। ਬੇਟਾ ਜੋ ਸਾਰਾ ਇਹ ਪ੍ਰੋਸੈਸ ਹੋਇਆ, ਨਿਖੇੜਕਾਂ ਨੇ ਜਿਹੜੇ ਅਕਾਰਬਨਿਕ ਪਦਾਰਥਾਂ ਗੁੰਝਲਦਾਰ ਸੀ ਉਹਨਾਂ ਨੂੰ ਕੀ ਕਹਿੰਦੇ ਬਦਲ ਦਿੱਤਾ ਕਾਰਬਨਿਕ ਪਦਾਰਥਾਂ ਦੇ ਵਿੱਚ, ਤੇ ਉਸ ਕਰਕੇ ਕੀ ਹੋਇਆ ਕਿ ਜਿਹੜੀ ਮਿੱਟੀ ਵਿੱਚ ਜਿਹੜੇ ਉਹ ਪਦਾਰਥ ਮਿਲੇ ਉਹਨਾਂ ਦੀ ਵੀ ਉਪਜਾਊ ਸ਼ਕਤੀ ਬਣੀ ਰਹੀ, ਅਤੇ ਇਹ ਮਿੱਟੀ ਵਾਰ-ਵਾਰ ਫਸਲਾਂ ਦਾ ਪੋਸ਼ਣ ਕਰਦੀ ਰਹਿੰਦੀ ਹੈ। ਠੀਕ ਹੈ ਬੇਟਾ, ਹੁਣ ਆਪਾਂ ਅੱਗੇ ਗੱਲ ਕਰਨ ਲੱਗੇ ਵੈਰੀ ਇੰਪੋਰਟੈਂਟ ਆਹਾਰੀ ਪੱਧਰ, ਜਿਹਨੂੰ ਆਪਾਂ ਕਹਿੰਦੇ ਟ੍ਰੋਫਿਕਸ ਲੈਵਲਸ, ਇੰਗਲਿਸ਼ 'ਚ ਆਪਾਂ ਇਹਨੂੰ ਕਹਿੰਦੇ ਆ ਟ੍ਰੋਫਿਕ ਲੈਵਲ। ਬੇਟਾ ਕੁਐਸਚਨ ਅਸੀਂ ਲਿਆ ਹੈ ਕਿ ਆਹਾਰੀ ਪੱਧਰ ਕੀ ਹੈ। ਇੱਕ ਭੋਜਨ ਲੜੀ ਦੀ ਉਦਾਹਰਨ ਦਿਓ, ਇਸ ਵਿੱਚ ਭਿੰਨ-ਭਿੰਨ ਆਹਾਰੀ ਪੱਧਰ ਦੱਸੋ। ਵੈਰੀ ਇੰਪੋਰਟੈਂਟ ਕੁਐਸਚਨ। trophic levels, what are the trophic levels? Give example of different trophic level in one food chain and explain them। ਠੀਕ ਹੈ ਨਾ। ਭੋਜਨ ਲੜੀ ਦੀ ਆਪਾਂ ਉਤਪਾਦਨ ਅਤੇ ਉਪਭੋਗਤਾ ਦਾ ਸਥਾਨ ਗ੍ਰਹਿਣ ਕਰਨ ਵਾਲੇ ਜੀਵ ਮੰਡਲ ਵਿੱਚ ਵਿਸ਼ੇਸ਼ ਸੰਰਚਨਾ ਪ੍ਰਦਾਨ ਕਰਦੇ ਹਨ, ਜਿਸ ਨੂੰ ਅਸੀਂ ਆਹਾਰੀ ਪੱਧਰ ਕਹਿੰਦੇ ਹਾਂ। ਬੇਟਾ ਇਹਦਾ ਬਹੁਤ ਅੱਛਾ ਡਾਇਗਰਾਮ ਮੈਂ ਅੱਗੇ ਤੁਹਾਨੂੰ ਦਿਖਾਵਾਂਗੀ। ਭੋਜਨ ਲੜੀ ਵਿੱਚ ਉਤਪਾਦਕਾਂ ਦਾ ਪਹਿਲਾ ਸਥਾਨ ਹੈ। ਬੇਟਾ ਜੋ ਚੀਜ਼ ਨੂੰ ਬੌਰਨ ਕਰੇਗਾ, ਉਤਪਾਦ ਕਰੇਗਾ, ਹੈ ਨਾ, ਉਹਦਾ ਭੋਜਨ ਲੜੀ ਦੇ ਵਿੱਚ ਜਿਹੜਾ ਹੈ ਉਹ ਪਹਿਲਾ ਸਥਾਨ ਹੈ। ਅਤੇ ਜੇ ਅਸੀਂ ਪੌਦਿਆਂ ਦਾ ਸੇਵਨ ਕਰੀਏ ਤਾਂ ਭੋਜਨ ਲੜੀ ਵਿੱਚ ਸਿਰਫ ਉਤਪਾਦਕ ਅਤੇ ਉਪਭੋਗਤਾ ਪੱਧਰ ਹੀ ਹੁੰਦੇ ਹਨ, ਪਰ ਮਾਸਾਹਾਰੀਆਂ ਦੇ ਭੋਜਨ ਲੜੀ ਵਿੱਚ ਵਧੇਰੇ ਖਪਤਕਾਰ ਹੁੰਦੇ ਨੇ। ਉਦਾਹਰਨ ਦੇਖੋ, ਜਿੱਦਾਂ ਕਿ ਇੱਕ ਭੋਜਨ ਲੜੀ ਆਪਾਂ ਇੱਥੇ ਲਈ, ਠੀਕ ਹੈ, ਸਿੰਪਲ ਜੀ ਉਦਾਹਰਨ ਹੈ। ਇੱਕ ਭੋਜਨ ਲੜੀ ਦੀ ਗੱਲ ਕਰਦੇ ਹਾਂ, ਜਿਵੇਂ ਘਾਹ ਨੂੰ ਖਾਧਾ ਟਿੱਡੇ ਨੇ, ਟਿੱਡੇ ਨੂੰ ਖਾਧਾ ਡੱਡੂ ਨੇ, ਡੱਡੂ ਨੂੰ ਖਾਧਾ ਸੱਪ ਨੇ। ਇਹ ਕਰਮਵਾਰ ਜਿਹੜਾ ਉਤਪਾਦਕ ਹੈ ਉਹ ਘਾਹ ਹੈ, ਕਿਉਂਕਿ ਉਹ ਪਹਿਲਾ ਆਧਾਰੀ ਪੱਧਰ ਹੈ, ਫਸਟ ਦਿਸ। ਠੀਕ ਹੈ, ਫਸਟ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਥੇ ਨੰਬਰ 1 ਪਾ ਦਿੰਦੀ ਹਾਂ। ਠੀਕ ਹੈ, ਸ਼ਾਕਾਹਾਰੀ ਟਿੱਡਾ ਦੂਜਾ ਪੱਧਰ ਹੈ। ਜੇ ਹੁਣ ਕੱਲਾ ਸ਼ਾਕਾਹਾਰੀ ਚੇਨ ਹੋਵੇ ਤਾਂ ਪਹਿਲਾ ਪੱਧਰ ਤੁਹਾਡਾ ਪਲਾਂਟਸ ਆ ਗਏ, ਦੂਜਾ ਪੱਧਰ ਜਿਹਨੇ ਉਹਨੂੰ ਖਾਧਾ। ਠੀਕ ਹੈ, ਪਰ ਹੁਣ ਦੂਜਾ ਮਾਸਾਹਾਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਡੱਡੂ ਕੀ ਹੋ ਗਿਆ? ਡੱਡੂ ਯਾਨੀ ਫਰੋਗ ਹੋ ਗਿਆ ਤੀਜਾ ਆਹਾਰੀ ਪੱਧਰ, ਤੇ ਸੱਪ ਹੋ ਗਿਆ ਚੌਥਾ। ਠੀਕ ਹੈ ਨਾ। ਇਹਦਾ ਮਤਲਬ ਚੌਥੇ ਆਹਾਰੀ ਪੱਧਰ ਦੇ ਨਿਰਮਾਣ ਕਰਦੇ ਹਨ। ਊਰਜਾ ਪ੍ਰਵਾਹ ਦੇ ਇਹਨਾਂ ਪੜਾਵਾਂ ਨੂੰ ਅਸੀਂ ਆਹਾਰੀ ਪੱਧਰ ਕਹਿੰਦੇ ਹਾਂ। ਬੇਟਾ ਮੈਂ ਤੁਹਾਡੇ ਲਈ ਇੱਕ ਬਹੁਤ ਅੱਛੀ ਇਹਦੀ ਦੇਖੋ ਵੈਰੀ ਵੈਲ ਐਕਸਪਲੇਨਡ ਡਾਇਗਰਾਮ, ਜਿਹਦੇ ਨਾਲ ਬਹੁਤ ਆਸਾਨੀ ਨਾਲ ਤੁਹਾਨੂੰ ਇਹ ਸਮਝ ਆ ਜਾਏਗਾ। ਠੀਕ ਹੈ ਨਾ ਬੇਟਾ। ਦੇਖੋ ਜੀ, ਸਾਡਾ ਘਾਹ ਸੀ, ਸਾਡਾ ਟਿੱਡਾ ਸੀ, ਸਾਡਾ ਡੱਡੂ ਸੀ, ਸੱਪ ਸੀ, ਉਤਪਾਦਕ, ਪਹਿਲਾ ਖਪਤਕਾਰ, ਦੂਜਾ ਖਪਤਕਾਰ, ਤੀਜਾ ਖਪਤਕਾਰ। ਸੂਰਜ ਦਾ ਪ੍ਰਕਾਸ਼, ਦੇਖੋ ਸੂਰਜ ਦੀ ਰੋਸ਼ਨੀ ਮੈਂ ਇੱਥੇ ਵੀ ਬਣਵਾਈ ਹੈ। ਅਲਟੀਮੇਟਲੀ ਪੌਦੇ ਗਰੋ ਕਰਦੇ ਆ। ਕਿਹੜੇ ਪ੍ਰੋਸੈਸ ਨਾਲ ਪੌਦੇ ਆਪਣਾ ਭੋਜਨ ਬਣਾਉਂਦੇ ਆ ਮੈਨੂੰ ਨਹੀਂ ਲੱਗਦਾ ਇਹ ਮੈਨੂੰ ਦੱਸਣ ਦੀ ਲੋੜ ਹੈ, ਪਰ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰ ਰਹੀ ਹਾਂ। ਫੋਟੋ
ਕੀ ਹੁੰਦਾ ਜੀ ਪ੍ਰਕਾਸ਼ ਸੰਸਲੇਸ਼ਨ, ਜਿਹਨੂੰ ਆਪਾਂ ਕੀ ਕਹਿੰਦੇ ਆ ਫੋਟੋਸਿੰਥਸਿਸ। ਕੀ ਕਹਿੰਦੇ ਆ ਫੋਟੋਸਿੰਥਸਿਸ। ਫੋਟੋਸਿੰਥਸਿਸ ਦੇ ਨਾਲ ਸੂਰਜ ਦੀ ਪ੍ਰਕਾਸ਼ ਦੀ ਰੋਸ਼ਨੀ 'ਚ ਪੌਦੇ ਆਪਣਾ ਭੋਜਨ ਬਣਾਉਂਦੇ ਹਨ। ਅਲਟੀਮੇਟਲੀ ਉਤਪਾਦਕ ਪਲਾਂਟਸ, ਪਹਿਲਾ ਆਰੀ ਪੱਧਰ ਸਾਡਾ ਸ਼ਾਕਾਹਾਰੀ, ਤੇ ਦੂਜਾ ਆਰੀ ਪੱਧਰ ਮਾਸਾਹਾਰੀ, ਤੇ ਚੌਥਾ ਆਹਾਰੀ ਪੱਧਰ ਸਿਖਰ ਮਾਸਾਹਾਰੀ, ਜਿੱਦਾਂ ਕਿ ਡੱਡੂ ਲਾਈਕ ਫਰੋਗ ਨੂੰ ਸੱਪ ਨੇ ਖਾ ਲਿਆ। ਸੋ ਥੀਸ ਆਲ ਆਰ ਆਵਰ ਟ੍ਰੋਫਿਕ ਲੈਵਲਸ। ਬਹੁਤ ਹੀ ਕਲੀਅਰਲੀ ਐਕਸਪਲੇਨ ਇਸ ਫਿਗਰ ਤੋਂ, ਠੀਕ ਹੈ ਬੇਟਾ। ਜਦੋਂ ਟ੍ਰੋਫਿਕ ਲੈਵਲ ਦੀ ਡੈਫੀਨੇਸ਼ਨ ਆਏ ਤੁਸੀਂ ਇਹ ਜ਼ਰੂਰ ਬਣਾਣੀ। ਅੱਗੇ ਗੱਲ ਕਰਾਂਗੇ, ਊਰਜਾ ਦਾ ਪ੍ਰਵਾਹ ਇੱਕ ਹੀ ਦਿਸ਼ਾ ਵਿੱਚ ਹੁੰਦਾ ਹੈ, ਠੀਕ ਹੈ ਨਾ ਬੇਟਾ, ਕਿਉਂਕਿ ਸਵੈਪੋਸ਼ੀ ਜੀਵਾਂ ਦੁਆਰਾ ਗ੍ਰਹਿਣ ਕੀਤੀ ਗਈ ਊਰਜਾ ਮੁੜ ਸੂਰਜੀ ਊਰਜਾ ਵਿੱਚ ਪਰਿਵਰਤਿਤ ਨਹੀਂ ਹੁੰਦੀ, ਅਤੇ ਸ਼ਾਕਾਹਾਰੀਆਂ ਦੇ ਹਵਾਲੇ ਕੀਤੀ ਗਈ ਊਰਜਾ ਮੁੜ ਸਵੈਪੋਸ਼ੀ ਜੀਵਾਂ ਨੂੰ ਉਪਲਬਧ ਨਹੀਂ ਹੁੰਦੀ, ਕਿਉਂਕਿ ਇਹ ਭਿੰਨ ਆਹਾਰੀ ਪੱਧਰ ਕ੍ਰਮਵਾਰ ਸਥਾਨਾਂਤਰਿਤ ਹੁੰਦੀ ਰਹਿੰਦੀ ਹੈ, ਆਪਣੇ ਪਿਛਲੇ ਪੱਧਰ ਲਈ ਉਪਲਬਧ ਨਹੀਂ ਹੁੰਦੀ। ਬਿਕੋਜ਼ એનર્ਜੀ ਫਲੋ ਇੱਦਾਂ ਕਿ ਜਿੱਦਾਂ ਪਲਾਂਟਸ ਤੋਂ ਐਨੀਮਲਸ ਤੇ ਗਿਆ, ਨਹੀਂ ਆਪਾਂ ਲਿਖ ਦਿੰਦੇ ਹਾਂ ਕਿ ਹਰਬੀਵੋਰਸ ਯਾਨੀ ਜਿਹੜੇ ਪਲਾਂਟ ਈਟਿੰਗ ਹੈ ਉਹਨਾਂ ਤੇ ਗਿਆ, ਫਿਰ ਕਾਰਨੀਵੋਰਸ ਤੇ ਗਿਆ, ਤੇ ਹਮੇਸ਼ਾ એનર્ਜੀ ਲੈਵਲ ਇੱਕੋ ਹੀ ਪਾਸੇ ਹੋਵੇਗਾ, ਯੂਨੀਡਾਇਰੈਕਸ਼ਨਲ ਹੋਵੇਗਾ, ਠੀਕ ਹੈ ਬੇਟਾ। ਕੁਐਸਚਨ 8 ਡਿਸਕਸ ਕਰਦੇ ਹਾਂ। ਵੈਰੀ ਇੰਪੋਰਟੈਂਟ ਕੁਐਸਚਨਸ ਤੁਹਾਡਾ ਡਿਸਕਸ ਹੋਏ ਆ ਹੁਣੇ, ਜਿਹੜੇ ਦੋਨੋਂ ਹੋਏ ਨਿਖੇੜਕਾਂ ਦੀ ਕੀ ਭੂਮਿਕਾ ਹੈ। ਨੈਕਸਟ ਇਜ਼ ਕਿ ਕਿਸੇ ਆਹਾਰੀ ਪੱਧਰ ਤੇ ਸਾਰੇ ਮੈਂਬਰਾਂ ਨੂੰ ਹਟਾਉਣ ਦਾ ਪ੍ਰਭਾਵ ਭਿੰਨ ਆਹਾਰੀ ਪੱਧਰਾਂ ਲਈ ਵੱਖ-ਵੱਖ ਹੋਵੇਗਾ। ਕੀ ਆਹਾਰੀ ਪੱਧਰ ਤੇ ਜੀਵਾਂ ਨੂੰ ਪਰਿਸਥਿਤਿਕ ਪ੍ਰਬੰਧਨ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਟਾਉਣਾ ਸੰਭਵ ਹੈ? ਬੇਟਾ ਇੱਥੇ ਗੱਲ ਕਰਦੇ ਹਾਂ ਕਿ ਕਿਸੇ ਆਹਾਰੀ ਪੱਧਰ ਦੇ ਸਾਰੇ ਮੈਂਬਰਾਂ ਨੂੰ ਹਟਾਉਣ ਦਾ ਅਸਰ ਭਿੰਨ ਆਹਾਰੀ ਪੱਧਰ ਤੇ ਵੱਖ-ਵੱਖ ਹੋਵੇਗਾ। ਕਿੱਦਾਂ? ਉਤਪਾਦਕਤਾ ਨੂੰ ਹਟਾਉਣ ਦਾ ਕੀ ਪ੍ਰਭਾਵ ਬਣੇਗਾ? ਮੰਨ ਲਓ ਤੁਸੀਂ ਆ ਤੁਹਾਡਾ ਮੈਂ ਡਾਇਗਰਾਮ ਤੁਹਾਨੂੰ ਦੁਬਾਰਾ ਦਿਖਾਣੀ ਆ ਕਿ ਤੁਸੀਂ ਉਤਪਾਦਕ ਨੂੰ ਇੱਥੋਂ ਹਟਾ ਦਿਓ। ਓਬਵੀਅਸ ਹੈ, ਜੇ ਉਤਪਾਦਕ ਹਟ ਜਾਣਗੇ ਤਾਂ ਸਾਰਾ ਤੁਹਾਡਾ ਟ੍ਰੋਫਿਕ ਲੈਵਲ ਦਾ ਸਿਸਟਮ ਹੀ ਹਿਲ ਜਾਏਗਾ। ਜੇ ਉਤਪਾਦਕਤਾ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇ ਤਾਂ ਸਾਰਾ ਪਰਿਸਥਿਤਿਕ ਪ੍ਰਬੰਧਨ ਹੀ ਨਸ਼ਟ ਹੋ ਜਾਵੇਗਾ, ਭਾਵ ਇਸ ਤਰ੍ਹਾਂ ਜੀਵਨ ਹੀ ਸਮਾਪਤ ਹੋ ਜਾਵੇਗਾ, ਠੀਕ ਹੈ ਬੇਟਾ, ਠੀਕ ਹੈ। ਤੇ ਹੁਣ ਜੇ ਨੈਕਸਟ ਅਗਰ ਆਪਾਂ ਸ਼ਾਕਾਹਾਰੀ ਜਿਹੜੇ ਉਤਪਾਦਨ ਹੈ ਉਹਨਾਂ ਨੂੰ ਹਟਾ ਲਈਏ ਤਾਂ ਫਿਰ ਕੀ ਚੱਕਰ ਹੋਏਗਾ ਉਹ ਦੇਖੀਏ। ਹੁਣ ਆਪਾਂ ਗੱਲ ਕਰਦੇ ਕਿ ਸ਼ਾਕਾਹਾਰੀ ਨੂੰ ਜੇ ਆਪਾਂ ਹਟਾ ਲਿਆ ਤਾਂ ਇੱਥੇ ਆਪਾਂ ਗੱਲ ਕਰਾਂਗੇ ਸ਼ਾਕਾਹਾਰੀਆਂ ਨੂੰ ਨਸ਼ਟ ਕਰਨ ਨਾਲ ਉਤਪਾਦਨ, ਪੇੜ ਪੌਦੇ, ਬਨਸਪਤੀਆਂ ਦੇ ਜਨਨ ਅਤੇ ਵਾਧੇ ਤੋਂ ਰੋਕ ਟੋਕ ਸਮਾਪਤ ਹੋ ਜਾਵੇਗੀ ਅਤੇ ਮਾਸਾਹਾਰੀ ਭੁੱਖ ਨਾਲ ਮਰ ਜਾਣਗੇ, ਠੀਕ ਹੈ ਨਾ ਬੇਟਾ। ਜੇ ਆਪਾਂ ਸ਼ਾਕਾਹਾਰੀ ਫਸਟ ਲੈਵਲ ਨੂੰ ਹਟਾ ਦਈਏ ਤੇ ਮਾਸਾਹਾਰੀ ਭੁੱਖ ਨਾ ਮਰ ਜਾਣੇ, ਤੇ ਜਿਹੜੇ ਸਾਡੇ ਉਤਪਾਦਕ ਸੀ ਪਲਾਂਟ ਸੀ ਉਹ ਕਾਫੀ ਵੱਧ ਜਾਣਗੇ। ਅੱਗੇ ਗੱਲ ਕਰਾਂਗੇ ਮਾਸਾਹਾਰੀਆਂ ਨੂੰ ਹਟਾ ਦਾਂਗੇ। ਮਾਸਾਹਾਰੀ ਨੂੰ ਹਟਾਉਣ ਨਾਲ ਸ਼ਾਕਾਹਾਰੀ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਖੇਤਰ ਦੀਆਂ ਸਾਰੀਆਂ ਬਨਸਪਤੀਆਂ ਸਮਾਪਤ ਹੋ ਜਾਣਗੀਆਂ। ਇਹਦਾ ਮਤਲਬ these all are dependent on each other। ਅੱਗੇ ਗੱਲ ਕਰਾਂਗੇ ਅਪਘਟਕਾਂ ਦੀ ਜਾਂ ਨਿਖੇੜਕਾਂ ਦੀ। ਬੇਟਾ ਵੈਰੀ ਇੰਪੋਰਟੈਂਟ, ਨੂੰ ਹਟਾਉਣ ਦਾ ਅਸਰ ਕੀ ਪਏਗਾ? ਅਪਘਟਕਾਂ ਜਾਂ ਨਿਖੇੜਕਾਂ ਨੂੰ ਹਟਾਉਣ ਨਾਲ ਮਰੇ ਹੋਏ ਜੀਵ ਜੰਤੂਆਂ ਦੇ ਢੇਰ ਲੱਗ ਜਾਣਗੇ, ਬਿਕੋਜ਼ ਉਹ ਉਹਨਾਂ ਤੇ ਵਰਕਆਊਟ ਕਰਦੇ ਆ, ਜਿਹਦੇ ਕਰਕੇ ਕੀ ਹੁੰਦਾ ਮਤਲਬ ਉਹ ਉਹਨਾਂ ਦੇ ਜਿਹੜਾ ਉਹ ਹੈ ਉਹਨਾਂ ਦੀ ਡੀਕੰਪੋਜੀਸ਼ਨ ਹੋ ਜਾਂਦੀ ਹੈ, ਜੀਵ ਜੰਤੂਆਂ ਦੇ ਢੇਰ ਲੱਗ ਜਾਣਗੇ, ਉਹਨਾਂ ਦੇ ਸੜੇ ਹੋਏ ਸਰੀਰਾਂ ਵਿੱਚ ਤਰ੍ਹਾਂ ਦੇ ਜੀਵਾਣੂਆਂ ਦੇ ਪੈਦਾ ਹੋਣ ਲਈ ਬਿਮਾਰੀਆਂ ਫੈਲਣਗੀਆਂ। ਮਿੱਟੀ ਵਿੱਚ ਉਤਪਾਦਕਾਂ ਲਈ ਲੋੜੀਂਦਾ ਪੋਸ਼ਕ ਤੱਤਾਂ ਦੀ ਕਮੀ ਹੋ ਜਾਵੇਗੀ। ਕਿਸੇ ਆਹਾਰੀ ਪੱਧਰ ਦੇ ਜੀਵਾਂ ਨੂੰ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਭਾਵਿਤ ਕੀਤੇ ਬਿਨਾਂ ਸੰਭਵ ਨਹੀਂ ਹੈ। ਉਤਪਾਦਕ ਨੂੰ ਹਟਾਉਣ ਨਾਲ ਸ਼ਾਕਾਹਾਰੀ ਜੀਵਤ ਨਹੀਂ ਰਹਿੰਦੇ, ਸ਼ਾਕਾਹਾਰੀ ਦੇ ਰਹਿਣ ਦੇ ਕਾਰਨ ਮਾਸਾਹਾਰੀ ਖਤਮ ਹੋ ਜਾਣਗੇ। ਮਾਸਾਹਾਰੀ ਦੇ ਸਰੀਰਾਂ ਤੇ ਹੋਰ ਜੀਵਾਂ ਦੇ ਮ੍ਰਿਤ ਸਰੀਰਾਂ ਦੇ ਅਪਘਟਨ ਨਿਰਭਰ ਕਰਦੇ ਹਨ ਅਤੇ ਅਪਘਟਕਾਂ ਨੂੰ ਹਟਾਉਣ ਲਈ ਉਤਪਾਦਕਾਂ ਨੂੰ ਆਪਣੇ ਵਾਧੇ ਲਈ ਪੋਸ਼ਕ ਤੱਤ ਪ੍ਰਾਪਤ ਨਹੀਂ ਹੋਣਗੇ। ਇਹਦਾ ਮਤਲਬ ਅਗਰ ਤੁਸੀਂ ਕੋਈ ਵੀ ਟ੍ਰੋਫਿਕ ਲੈਵਲ ਨੂੰ ਹਟਾ ਦੋਗੇ ਤੇ ਲਾਸ ਅਲਟੀਮੇਟਲੀ ਪਰਿਸਥਿਤਿਕ ਪ੍ਰਬੰਧਨ ਦਾ ਹੀ ਹੋਣਾ। ਲਾਸ ਉਹਦਾ ਕਿਉਂ ਹੋਣਾ? ਕਿਉਂਕਿ ਉਹਦੇ ਵਿੱਚ ਜਿਹੜਾ ਵੀ ਲੈਵਲ ਵਧੇਗਾ ਉਹ ਦੂਜੇ ਨੂੰ ਨੁਕਸਾਨ ਹੀ ਪਹੁੰਚਾਏਗਾ। ਅਗਲੀ ਗੱਲ ਕਰਦੇ ਹਾਂ, ਕੀ ਹੋਵੇਗਾ ਜੇ ਅਸੀਂ ਇੱਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦਈਏ? ਦੇਖ ਲਓ ਵੀ ਉਹੀ ਕੁਐਸਚਨ ਨੂੰ ਥੋੜਾ ਜਿਹਾ ਘੁਮਾ ਕੇ ਪੁੱਛ ਲਿਆ ਕਿ ਜੇ ਇੱਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦਈਏ ਤਾਂ ਪਰਿਸਥਿਤਿਕ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਕੁਦਰਤ ਦੀਆਂ ਸਾਰੀਆਂ ਭੋਜਨ ਲੜੀਆਂ ਇੱਕ ਦੂਜੇ ਨਾਲ ਜੁੜੀਆਂ, ਠੀਕ ਹੈ ਬੇਟਾ। ਫੂਡ ਵੈਬ ਅੱਗੇ ਵੀ ਮੈਂ ਤੁਹਾਨੂੰ ਉਹਦੇ ਬਾਰੇ ਪੂਰਾ ਐਕਸਪਲੇਨ ਕਰਾਂਗੀ। ਜਦੋਂ ਕਿਸੇ ਇੱਕ ਆਪਾਂ ਲੜੀ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਜਾਵੇ, ਇੱਕ ਲੜੀ ਨੂੰ ਆਪਾਂ ਪੂਰੀ ਤਰ੍ਹਾਂ ਸਮਾਪਤ ਕਰ ਦਿੰਦੇ ਹਾਂ ਬਾਈ ਚਾਂਸ ਮੰਨ ਲਓ, ਤਾਂ ਫਿਰ ਕੀ ਹੋ ਜਾਏਗਾ? ਇਸ ਸੰਬੰਧ ਵਿੱਚ ਕਿਸੇ ਦੂਜੇ ਲੜੀ ਨਾਲ ਜੁੜ ਜਾਂਦਾ ਹੈ। ਜਿੱਦਾਂ ਕਿ ਜੇ ਘਾਹ ਹਿਰਨ ਖਾਂਦਾ ਹੈ ਤੇ ਹਿਰਨ ਨੂੰ ਸ਼ੇਰ ਖਾਂਦਾ ਹੈ,
ਭੋਜਨ ਲੜੀ ਵਿੱਚੋਂ ਸ਼ੇਰਾਂ ਨੂੰ ਮਾਰ ਦਿੱਤਾ ਜਾਵੇ ਤਾਂ ਘਾਹ ਚਰਨ ਵਾਲੇ ਹਿਰਨਾਂ ਦਾ ਵਾਧਾ ਬੇਕਾਬੂ ਹੋ ਜਾਵੇਗਾ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਵੇਗੀ। ਉਹਨਾਂ ਦੀ ਵਧੀ ਹੋਈ ਗਿਣਤੀ ਘਾਹ ਤੇ ਬਨਸਪਤੀ ਨੂੰ ਖਤਮ ਕਰ ਦੇਵੇਗੀ, ਜਿਸ ਨਾਲ ਉਹ ਖੇਤਰ ਰੇਗਿਸਤਾਨ ਬਣ ਜਾਵੇਗਾ। ਸਹਾਰਾ ਦਾ ਰੇਗਿਸਤਾਨ ਇਸੇ ਪ੍ਰਕਾਰ ਦਾ ਪਰਿਸਥਿਤਿਕ ਪ੍ਰਬੰਧ ਦਾ ਉਦਾਹਰਨ ਹੈ। ਬੇਟਾ ਜਦੋਂ ਬਹੁਤ ਜ਼ਿਆਦਾ ਉਹ ਤੁਹਾਡੇ ਵੱਧ ਜਾਣਗੇ, ਤੁਹਾਡੇ ਜਿਹੜੇ ਪਲਾਂਟਸ ਖਾਣ ਵਾਲੇ ਜੀਵ, ਜਿੱਦਾਂ ਕਿ ਇੱਥੇ ਹਿਰਨ ਦੀ ਗੱਲ ਕੀਤੀ ਹੈ, ਤਾਂ ਉਹ ਏਰੀਆ ਹੌਲੀ ਹੌਲੀ ਜਿਹੜਾ ਹੈਗਾ ਇੰਨਾ ਮਤਲਬ ਹਿਰਨਾਂ ਦਾ ਵਾਧਾ ਬੇਕਾਬੂ ਹੋ ਜਾਏਗਾ ਕਿ ਉਹ ਉਹਨਾਂ ਦੀ ਵਧੀ ਹੋਈ ਗਿਣਤੀ ਘਾਹ ਤੇ ਬਨਸਪਤੀ ਨੂੰ ਖਤਮ ਕਰ ਦੇਗੀ। ਇੱਥੇ ਐਗਜ਼ਾਮਪਲ ਹੈ ਕਿ ਸਹਾਰਾ ਦਾ ਜਿਹੜਾ ਰੇਗਿਸਤਾਨ ਬਣਿਆ ਉਹ ਇਸੇ ਤਰ੍ਹਾਂ ਦੀ ਉਦਾਹਰਨ ਹੈ। ਠੀਕ ਹੈ ਨਾ ਬੇਟਾ, ਬਹੁਤ ਇੰਪੋਰਟੈਂਟ ਕੁਐਸਚਨਸ ਦੀ ਡਿਸਕਸ਼ਨ ਤੁਹਾਡੇ ਨਾਲ ਚੱਲ ਰਹੀ ਹੈ। ਨੈਕਸਟ ਇਜ਼ ਆਰ ਵੈਰੀ ਇੰਪੋਰਟੈਂਟ ਕੁਐਸਚਨ, ਫੂਡ ਚੇਨ ਐਂਡ ਫੂਡ ਵੈਬ। ਭੋਜਨ ਲੜੀ ਅਤੇ ਭੋਜਨ ਜਾਲ। ਭੋਜਨ ਲੜੀ ਅਤੇ ਭੋਜਨ ਜਾਲ ਵਿੱਚ ਕੀ ਅੰਤਰ ਹੈ? ਬੇਟਾ ਆਜੋ ਫਿਰ ਇਸ ਕੁਐਸਚਨ ਨੂੰ ਦੇਖੀਏ। ਇਹ ਕਿਸੇ ਪਰਿਸਥਿਤਿਕ ਪ੍ਰਬੰਧ ਵਿੱਚ ਭੋਜਨ ਅਤੇ ਊਰਜਾ ਦੇ ਪ੍ਰਵਾਹ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਆਹਾਰ ਪੱਧਰ ਭੋਜਨ ਲੜੀਆਂ ਨਾਲ ਜੁੜੇ ਹੁੰਦੇ ਹਨ। ਇਸ ਵਿੱਚ ਆਹਾਰ ਪੱਧਰ ਭੋਜਨ ਲੜੀਆਂ ਨਾਲ ਜੁੜੇ ਹੁੰਦੇ ਹਨ, ਜਦਕਿ ਇਹ ਪਾਰਟਿਕੂਲਰ ਇੱਕ ਦਾ ਭੋਜਨ ਅਤੇ ਊਰਜਾ ਦੇ ਪ੍ਰਵਾਹ ਨੂੰ ਨਾ ਪ੍ਰਦਰਸ਼ਿਤ ਕਰਦਾ। ਹੁਣ ਮੈਂ ਤੁਹਾਡੇ ਅੱਗੇ ਬਹੁਤ ਸੋਹਣੀ ਜਿਹੀ ਐਗਜ਼ਾਮਪਲ ਲਈ ਹੈ। ਦਿਸ ਇਜ਼ ਯੂਅਰ ਕੁਦਰਤ ਵਿੱਚ ਜਿਹੜੀਆਂ ਭੋਜਨ ਲੜੀਆਂ, ਠੀਕ ਹੈ ਨਾ, ਕਿ ਪਲਾਂਟ ਨੇ ਖਾਧਾ ਡੀਅਰ ਨੂੰ, ਡੀਅਰ ਨੇ ਜੀ ਡੀਅਰ ਨੂੰ ਖਾ ਲਿਆ ਸ਼ੇਰ ਨੇ, ਪਲਾਂਟ ਨੂੰ ਖਾਧਾ ਗ੍ਰਾਸਹੋਪਰ ਨੇ, ਗ੍ਰਾਸਹੋਪਰ ਨੂੰ ਖਾ ਲਿਆ ਫਰੋਗ ਨੇ, ਫਰੋਗ ਨੂੰ ਖਾ ਲਿਆ ਸਨੇਕ ਨੇ, ਸਨੇਕ ਨੂੰ ਖਾ ਲਿਆ ਈਗਲ ਨੇ। ਪਰ ਇਹ ਜਦੋਂ ਆਪਸ ਵਿੱਚ ਜਾਲ ਬਣਾ ਲੈਂਦੀਆਂ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ? ਫੂਡ ਵੈਬ। ਫੂਡ ਵੈਬ ਔਰ ਇਹਨੂੰ ਫੂਡ ਚੇਨ। ਠੀਕ ਹੈ, ਇਹਨੂੰ ਭੋਜਨ ਜਾਲ ਤੇ ਇਹਨੂੰ ਭੋਜਨ ਲੜੀ। ਠੀਕ ਹੈ ਬੇਟਾ, ਇਹਦਾ ਸੈਕਿੰਡ ਪੁਆਇੰਟ ਮੈਂ ਲਿਆ ਕਿ ਇਹ ਭੋਜਨ ਪ੍ਰਾਪਤ ਕਰਨ ਲਈ ਕਰਮਵਾਰ ਆਹਾਰ ਲੜੀ ਹੈ। ਇਸ ਵਿੱਚ ਭੋਜਨ ਲੜੀ ਦੇ ਜੀਵ ਕਿਸੇ ਨਾ ਕਿਸੇ ਪੋਸ਼ਣ ਪੱਧਰ ਤੇ ਹੋਰ ਭੋਜਨ ਲੜੀਆਂ ਨਾਲ ਜੁੜ ਕੇ ਭੋਜਨ ਲੜੀਆਂ ਦਾ ਇੱਕ ਜਾਲ ਬਣਾ ਲੈਂਦੇ ਨੇ। ਇਸ ਵਿੱਚ ਸੀਮਤ ਆਹਾਰ ਪੱਧਰ ਹਨ। ਸੀਮਤ ਲਾਈਕ ਕਿ ਇੱਕ ਟ੍ਰੋਫਿਕ ਲੈਵਲ ਹੈ ਜਾਂ 2 ਹੈ ਜਾਂ 3 ਹੈ। ਇਸ ਵਿੱਚ ਆਹਾਰੀ ਪੱਧਰ ਪਰਿਸਥਿਤਿਕ ਪ੍ਰਬੰਧ ਵਿੱਚ ਕੁਦਰਤੀ ਸੰਤੁਲਨ ਨੂੰ ਪ੍ਰਗਟ ਕਰਦਾ ਹੈ। ਇਹ ਸੀਮਤ ਅਤੇ ਛੋਟੀ ਹੁੰਦੀ ਹੈ। ਜਿੱਦਾਂ ਮੈਂ ਸਿੰਪਲ ਤੁਹਾਨੂੰ ਕਿਹਾ ਕਿ ਪਲਾਂਟ ਨੂੰ ਖਾਧਾ ਡੀਅਰ ਨੇ, ਡੀਅਰ ਨੂੰ ਖਾ ਲਿਆ ਤੁਹਾਡੇ ਉਹਨੇ ਲਾਇਨ ਨੇ। ਪਰ ਇਸ ਵਿੱਚ ਭੋਜਨ ਲੜੀਆਂ ਦਾ ਲੰਬਾ ਜਾਲ ਹੁੰਦਾ ਹੈ। ਤੁਸੀਂ ਥੋੜਾ ਜਿਹਾ ਇਹਨਾਂ ਤੇ ਨਜ਼ਰ ਮਾਰ ਸਕਦੇ ਹੋ ਬੇਟਾ। ਦਿਸ ਇਜ਼ ਯੂਅਰ ਵੈਰੀ ਵੈਲ ਐਕਸਪਲੇਨਡ ਡਾਇਗਰਾਮ ਆਫ ਯੂਅਰ ਫੂਡ ਚੇਨ ਐਂਡ ਫੂਡ ਵੈਬ। ਹੋਪ ਕਰਦੀ ਹਾਂ ਕਿ ਇਹ ਚੈਪਟਰ 'ਚ ਤੁਸੀਂ ਮੇਰੇ ਨਾਲ ਬਣੇ ਰਹੋਗੇ। ਠੀਕ ਹੈ ਨਾ, ਅਗਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਇਹਨਾਂ ਦੀ ਵੀਡੀਓਜ਼ ਦਾ ਫਾਇਦਾ ਲੈ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਅੱਗੇ ਵੀ ਕੋਈ ਵੀ ਨਵੀਂ ਵੀਡੀਓ ਆਏ ਤਾਂ ਤੁਸੀਂ ਉਸ ਤੋਂ ਜਾਣੂ ਹੋ ਸਕੋ। ਟਿਲ ਦੈਨ ਬੇਟਾ, ਗੁੱਡ ਬਾਏ, ਟੇਕ ਕੇਅਰ ਆਫ ਯੋਰਸੈਲਫ।